ਅੱਜ ਆਪਾਂ ਪੜ੍ਹਦੇ ਹਾਂ ਪੈਲਿਓਲਿਥਿਕ ਦੇ ਬਾਰੇ ਚ, ਯਾਨੀ ਕਿ ਪ੍ਰੀ ਹਿਸਟਰੀ ਦੇ ਅੰਦਰ ਅਸੀਂ ਕਿਹਨੂੰ ਪੜ੍ਹ ਰਹੇ ਹਾਂ? ਪੈਲਿਓਲਿਥਿਕ ਨੂੰ। ਠੀਕ ਹੈ ਜੀ, ਕਿਹਨੂੰ ਪੜ੍ਹ ਰਹੇ ਹਾਂ? ਪੈਲਿਓਲਿਥਿਕ। ਲਿਥਿਕ, ਠੀਕ ਹੈ। ਪੈਲਿਓ ਦਾ ਮਤਲਬ ਹੁੰਦਾ ਹੈ ਪੁਰਾਤਨ, ਬਹੁਤ ਹੀ ਪੁਰਾਣਾ, ਤੇ ਲਿਥਿਕ ਦਾ ਮਤਲਬ ਹੁੰਦਾ ਹੈ ਪੱਥਰ। ਤਾਂ ਯਾਨੀ ਕਿ ਕੀ ਹੈ? ਪੁਰਾਤਨ ਪੱਥਰ ਯੁੱਗ ਦੇ ਬਾਰੇ ਚ। ਠੀਕ ਹੈ ਜੀ, ਕਲੀਅਰ ਹੈ। ਤਾਂ ਹੁਣ ਪੈਲਿਓਲਿਥਿਕ ਦੇ ਬਾਰੇ ਚ ਅਸੀਂ ਕੀ ਪੜ੍ਹਦੇ ਹਾਂ? ਉਸ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਸਮਾਂ ਹੈ ਉਹ ਕਿੰਨਾ ਹੈ? 25 ਲੱਖ ਸਾਲ ਤੋਂ ਲੈ ਕੇ ਸਾਡਾ ਕਿੱਥੇ ਤੱਕ ਚੱਲਦਾ ਹੈ? ਇਹ ਸਾਡਾ ਚੱਲਦਾ ਹੈ 10,000 BC ਤੱਕ ਦਾ ਸਮਾਂ ਹੈ। ਠੀਕ ਹੈ। ਫਾਦਰ ਆਫ ਜਿਹੜਾ ਪੈਲਿਓਲਿਥਿਕ ਹੈ ਉਹ ਕਿਹਨੂੰ ਕਿਹਾ ਜਾਂਦਾ ਹੈ? ਫਾਦਰ ਆਫ ਪੈਲਿਓਲਿਥਿਕ ਰੋਬਰਟ ਲੂਬਿਕ ਨੂੰ। ਠੀਕ ਹੈ, ਰੋਬਰਟ ਲੂਬਿਕ ਨੂੰ। ਕਲੀਅਰ ਹੈ। ਤਾਂ ਇੰਨੀਆਂ ਗੱਲਾਂ ਯਾਦ ਰੱਖਣੀਆਂ ਨੇ। ਹੁਣ ਇਸ ਸਮੇਂ ਦੇ ਵਿੱਚ ਜਿਹੜਾ ਪੁਰਾਤਨ ਪੱਥਰ ਯੁੱਗ ਇਹ ਚੱਲ ਰਿਹਾ ਸੀ, ਉਸ ਸਮੇਂ ਦੇ ਵਿੱਚ ਜਿਹੜਾ ਮਾਨਵ ਸੀਗਾ ਉਹ ਕਿਸ ਤਰੀਕੇ ਦਾ ਸੀ? ਠੀਕ ਹੈ, ਉਹਨੂੰ ਅਸੀਂ ਦੇਖ ਲੈਂਦੇ ਹਾਂ। ਤੇ ਜਿਹੜਾ ਮਾਨਵ ਸੀ ਉਸ ਸਮੇਂ ਦੇ ਵਿੱਚ ਉਹ ਕੀ ਸੀਗਾ? ਖਾਨਾ ਬਦੋਸ਼ ਸੀ। ਕਿਹਦਾ ਸੀਗਾ ਮਾਨਵ? ਆਦਮੀ ਜਿਹੜਾ ਸੀ, ਇਨਸਾਨ ਕੀ ਸੀ? ਖਾਨਾ ਬਦੋਸ਼ ਸੀ। ਖਾਨਾ ਬਦੋਸ਼ ਦਾ ਮਤਲਬ ਕੀ ਹੈ? ਸਿਰਫ ਉਹਦਾ ਮੁੱਖ ਕੰਮ ਕੀ ਸੀਗਾ? ਖਾਣਾ ਸੀ। ਖਾਣੇ ਦੇ ਵਿੱਚ ਉਹ ਕੀ ਖਾਂਦਾ ਸੀ? ਕੰਦ ਮੂਲ ਖਾਂਦਾ ਸੀ, पेड़ पौधे के पत्ते खांदा सी। ठीक है, या फिर शिकार करके मांस खांदा सी। ठीक है जी, शिकार करके की है? मांस खांदा सीगा। ठीक है, तो उस समय के आम मानव नूं की कहा जा सकता है? आदि मानव भी कहते सी। ठीक है, आदि मानव कहो या फिर खाना बदोश कहो। हथियार, उस समय के जिहड़े हथियार सीगे वो किहो जिहे सी? जिहड़े हथियार सी वो की सी? वड्डे वड्डे सी। किहो जिहे सी? वड्डे वड्डे, एज अ पत्थर के रूप दे विच सीगे। ठीक है, बहुत वड्डे वड्डे की सीगे? मानव के हथियार सी। ਤੇ ਇਸੇ ਹਥਿਆਰਾਂ ਦੇ ਕਾਰਨ ਉਸ ਸਮੇਂ ਦੇ ਮਾਨਵ ਨੂੰ ਕੀ ਕਿਹਾ ਗਿਆ? ਕੁਆਰਟਜ਼ਾਈਟ। ਠੀਕ ਹੈ, ਕੁਆਰਟਜ਼ਾਈਟ ਇੱਕ ਪੱਥਰ ਹੈ, ਉਸ ਕਰਕੇ ਇਹਨੂੰ ਕੀ ਕਿਹਾ ਗਿਆ? ਕੁਆਰਟਜ਼ਾਈਟ ਮੈਨ ਵੀ ਕਿਹਾ ਗਿਆ। ਠੀਕ ਹੈ ਜੀ, ਤਾਂ ਹਥਿਆਰ ਵੱਡੇ ਵੱਡੇ ਸੀ ਜਿਹੜੇ ਕਿ ਪੱਥਰ ਦੇ ਸੀ, ਇਸ ਕਰਕੇ ਇਨਸਾਨ ਨੂੰ ਕੁਆਰਟਜ਼ਾਈਟ ਮੈਨ ਵੀ ਕਿਹਾ ਗਿਆ। ਜਿਹੜੇ ਇਹ ਹਥਿਆਰ ਸੀ ਇਹ ਕੀ ਸੀਗੇ? ਅਨਪੋਲਿਸ਼ਡ ਸੀ, ਯਾਨੀ ਕਿ ਬਹੁਤ ਹੀ ਵਧੀਆ ਨਹੀਂ ਸੀਗੇ। ਠੀਕ ਹੈ, ਕਿਉਂਕਿ ਉਹਦੇ ਕੋਲ ਕੋਈ ਸੰਦ ਹੈ ਹੀ ਨਹੀਂ ਸੀ ਜਿਹਨੂੰ ਉਹ ਕੱਢ ਕਰਕੇ ਆਪਣੇ ਹਥਿਆਰਾਂ ਨੂੰ ਵਧੀਆ ਬਣਾ ਸਕੇ। ਠੀਕ ਹੈ, ਜਿਹੜੇ ਹਥਿਆਰ ਸੀ ਉਹ ਕਿਸੇ ਵੱਡੇ ਵੱਡੇ ਸੀ ਤੇ ਅਨਪੋਲਿਸ਼ਡ ਸੀਗੇ, ਯਾਨੀ ਕਿ ਵਧੀਆ ਕਿਸਮ ਦੇ ਨਹੀਂ ਸੀਗੇ ਸਾਰੇ ਹਥਿਆਰ। ਤੇ ਇੱਕ ਉਹਨਾਂ ਦੇ ਹੋਰ ਕੀ ਸੀਗਾ? ਉਹਦੇ ਕੋਲ ਕੁਲਹਾੜੀ ਸੀ। ਠੀਕ ਹੈ, ਇਸ ਕੁਲਹਾੜੀ ਦਾ ਜਿਹੜਾ ਪ੍ਰਮਾਣ ਹੈ ਸਾਨੂੰ ਕਿੱਥੋਂ ਮਿਲਿਆ ਹੈ? ਚੇਨਈ ਦੇ ਵਿੱਚ ਇੱਕ ਜਗ੍ਹਾ ਹੈ ਪਲਵਰਮ। ਠੀਕ ਹੈ, ਪਲਵਰਨ, ਉੱਥੇ ਸਾਨੂੰ ਇਹ ਮਿਲਿਆ। ਇਹਦੀ ਜਿਹੜੀ ਖੋਜ ਹੈ ਉਹ ਕਿਹਨੇ ਕਰੀ ਹੈ? ਇਹਦੀ ਜਿਹੜੀ ਖੋਜ ਹੈ ਉਹ ਰੋਬਰਟ ਬਰੂਸ ਫੁੱਟ ਨੇ ਕਰੀ ਹੈ। ਠੀਕ ਹੈ, ਇਹਦੀ ਖੋਜ ਕਿਹਨੇ ਕਰੀ ਹੈ? ਰੋਬਰਟ ਬਰੂਸ ਫੁੱਟ ਨੇ। ਇਸੇ ਨੂੰ ਹੀ ਕੀ ਹੈ? ਫਾਦਰ ਆਫ ਇੰਡੀਅਨ ਪ੍ਰੀ ਹਿਸਟਰੀ ਵੀ ਕਿਹਾ ਗਿਆ। ਠੀਕ ਹੈ ਜੀ, ਤਾਂ ਫਾਦਰ ਆਫ, ਠੀਕ ਹੈ, ਤਾਂ ਇਹ ਗੱਲਾਂ ਯਾਦ ਰੱਖਣੀਆਂ ਨੇ। ਤਾਂ ਫਾਦਰ ਆਫ ਇੰਡੀਅਨ ਪ੍ਰੀ ਹਿਸਟਰੀ ਕਿਹਨੂੰ ਕਿਹਾ ਗਿਆ? ਰੋਬਰਟ ਬਰੂਸ ਫੁੱਟ ਨੂੰ। ਤੇ ਫਾਦਰ ਆਫ ਪ੍ਰੀ ਹਿਸਟਰੀ ਕਿਹਨੂੰ ਕਿਹਾ ਗਿਆ? ਜੌਨ ਬਰੂਸ ਨੂੰ। ਠੀਕ ਹੈ, ਤਾਂ ਦੋਨਾਂ ਦੇ ਵਿੱਚ ਫਰਕ ਸਮਝਣਾ ਹੈ। ਠੀਕ ਹੈ ਜੀ, ਕਲੀਅਰ ਹੈ। ਤਾਂ ਹੌਲੀ ਹੌਲੀ ਸਮਾਂ ਪਾ ਕੇ ਕੀ ਹੈ, ਫਿਰ ਜਿੱਦਾਂ ਜਿੱਦਾਂ ਮਾਨਵ ਨੂੰ ਥੋੜੀ ਜਿਹੀ ਸਮਝ ਆਈ, ਫਿਰ ਉਹਨੇ ਕੀ ਕਰਿਆ ਅਤੇ ਉਹਦੇ ਕੋਲ ਅੱਗ ਦੀ ਖੋਜ ਹੋ ਗਈ। ਕੀ ਖੋਜ ਕਾਦੀ ਹੋ ਗਈ? ਹੁਣ ਮਾਨਵ ਦੇ ਕੋਲ ਅੱਗ ਦੀ ਖੋਜ ਹੋ ਗਈ। ਠੀਕ ਹੈ, ਹੋਰ ਕਾਦੀ ਖੋਜ ਹੋਈ? ਪਹੀਏ ਦੀ ਖੋਜ ਹੋ ਗਈ, ਪਹੀਏ ਦੀ ਵੀ ਖੋਜ ਹੋ ਗਈ। ਤਾਂ ਇਸ ਸਮੇਂ ਦੇ ਵਿੱਚ ਮਾਨਵ ਨੂੰ ਲਾਸਟ ਦੇ ਵਿੱਚ ਕੀ ਕਿਹਾ ਗਿਆ? ਹੋਮੋ ਸੇਪੀਅੰਸ। ਤਾਂ ਐਸੇ ਮਾਨਵ ਨੂੰ ਕੀ ਕਿਹਾ ਗਿਆ? ਹੋਮੋ ਸੇਪੀਅੰਸ ਕਿਹਾ ਗਿਆ। ਠੀਕ ਹੈ ਜੀ, ਹੁਣ ਇਹ ਜਿਹੜਾ ਪੈਲਿਓਲਿਥਿਕ ਸੀ ਇਹਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। ਕਿਹੜੇ ਕਿਹੜੇ ਨੇ ਇਹ? ਸਾਡੇ ਲੋਅਰ ਪੈਲਿਓਲਿਥਿਕ, ਠੀਕ ਹੈ, 3 ਪਾਰਟਸ ਨੇ। ਮਿਡਲ ਪੈਲਿਓਲਿਥਿਕ ਤੇ ਸਾਡਾ ਹੈ ਤੀਸਰਾ ਅਪਰ ਪੈਲਿਓਲਿਥਿਕ। ਤਾਂ ਯਾਦ ਰੱਖਣਾ ਹੈ ਜਿੰਨੀਆਂ ਵੀ ਖੋਜਾਂ ਵਗੈਰਾ ਨੇ ਸਾਰੀਆਂ ਕਿਹਦੇ ਵਿੱਚ ਹੋਈਆਂ ਨੇ? ਅਪਰ ਪੈਲਿਓਲਿਥਿਕ ਦੇ ਵਿੱਚ ਹੋਈਆਂ ਨੇ। ਤਾਂ ਡਾਇਰੈਕਟ ਜੇ ਕੁਐਸਚਨ ਆਵੇ ਕਿਹਦੇ ਵਿੱਚ ਹੋਇਆ ਤਾਂ ਪੈਲਿਓਲਿਥਿਕ। ਜੇ ਪੈਲਿਓਲਿਥਿਕ ਦੇ ਵਿੱਚ ਫਿਰ ਕਿੱਥੇ ਪੁੱਛਿਆ ਗਿਆ ਤਾਂ ਅਪਰ ਪੈਲਿਓਲਿਥਿਕ ਦੇ ਵਿੱਚ ਹੋਇਆ। ਤੇ ਬਾਕੀ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹ ਕਿੱਥੇ ਨੇ? ਲੋਅਰ ਜਾਂ ਫਿਰ ਮਿਡਲ ਦੇ ਵਿੱਚ ਹੋਈਆਂ ਨੇ। ਤੇ ਅਪਰ ਪੈਲਿਓਲਿਥਿਕ ਹੈ ਜਿਹੜਾ ਯਾਦ ਰੱਖਣਾ ਐਜ਼ ਅ ਟ੍ਰਾਂਜੀਸ਼ਨਲ ਫੇਜ਼ ਦੀ ਤਰ੍ਹਾਂ ਕੰਮ ਕਰਦਾ, ਜਦੋਂ ਸਮਾਂ ਕੀ ਹੈ? ਬਦਲ ਰਿਹਾ ਹੋਵੇ, ਦੂਸਰੇ ਯੁੱਗ ਦੇ ਵਿੱਚ ਜਾ ਰਿਹਾ ਹੋਵੇ। ਠੀਕ ਹੈ ਜੀ, ਕਲੀਅਰ ਹੈ। ਤਾਂ ਇਹ ਸਾਡਾ ਸੀਗਾ ਅੱਜ ਦਾ ਪ੍ਰੀ ਹਿਸਟਰੀ ਦੇ ਵਿੱਚ ਪੈਲਿਓਲਿਥਿਕ ਏਜ ਦੇ ਬਾਰੇ ਚ। ਕਲੀਅਰ? ਚਲੋ।